ਸਿੱਖੀ ਦੀ ਗੱਲ ਕਰਨੀ ਇੱਕ ਗੁਨਾਹ ਹੋ ਗਿਆ ਸੀਗਾ ਤੇ ਕਾਮਰੇਡਾਂ ਨੇ ਆਪਣਾ ਗਲਬਾ ਲਾਲ ਝੰਡਾ ਲਾਲ ਸਲਾਮ ਦੇ ਨਾਅਰੇ ਗੂੰਜਦੇ ਸੀ ਕਾਲਜ ਦੇ ਫਿਜ਼ਾ ਦੇ ਵਿੱਚ, ਯੂਨੀਵਰਸਿਟੀ ਦੇ ਫਿਜ਼ਾ ਦੇ ਵਿੱਚ। ਤੇ ਸੰਤ ਜਰਨੈਲ ਸਿੰਘ ਉਹਨਾਂ ਨੇ ਉਸ ਵੇਲੇ ਕਿਹਾ ਵੀ ਘੁੰਮਣ ਸਾਹਿਬ ਤੁਹਾਡੇ 4 ਬੇਟੇ ਆ ਤੇ ਇੱਕ ਸੰਗ ਦੇ ਦਿਓ। ਅਗਲੇ ਦਿਨ ਹੀ ਮੈਨੂੰ ਭਰਤੀ ਕਰ ਲਿਆ ਗਿਆ। ਬੜਾ ਕਾਮਰੇਡਾਂ ਦਾ ਜ਼ੋਰ ਸੀ, ਉਹਨਾਂ ਨੂੰ ਕਾਲਜਾਂ ਵਿੱਚੋਂ ਦਲੀਲਾਂ ਨਾਲ ਆਪਣੇ ਦਬਕੇ ਨਾਲ ਅਸੀਂ ਉਹਨਾਂ ਨੂੰ ਕਾਲਜਾਂ 'ਚੋਂ ਕੱਢਿਆ ਤੇ ਗੁਰਸਿੱਖਾਂ ਵਾਲੀ ਜਿਹੜੀ ਜੀਵਨ ਦੀ ਜਾਚ ਸੀਗੀ, ਇਹ ਵਿਦਿਆਰਥੀ ਜੀਵਨ ਵਿੱਚ ਅਸੀਂ ਉਹ ਚਿੰਨ੍ਹ ਪੈਦਾ ਕੀਤੀ। 59 ਦਿਨ ਮੈਂ ਨੰਗਾ ਰਿਹਾ ਆਰਮੀ ਕੈਂਪ ਦੇ ਵਿੱਚ। ਸਾਨੂੰ ਪਾਣੀ ਨਾ ਦੇਣਾ, ਰੋਟੀ 'ਚ ਮਿਰਚਾਂ ਜ਼ਿਆਦਾ ਦੀਆਂ ਸਬਜ਼ੀ ਪਾ ਦੇਣੀਆਂ, 5 ਕਿਲੋ ਪਾਣੀ ਨਾਲ ਤੁਸੀਂ ਗੁਜ਼ਾਰਾ ਕਰਨਾ। ਅਸੀਂ 5 ਸਾਲ ਲਗਾਤਾਰ ਉਹ 5 ਲੀਟਰ ਪਾਣੀ ਨਾਲ ਗੁਜ਼ਾਰਾ ਕੀਤਾ। ਕਾਲਜ ਕਰਨ ਤੋਂ ਬਾਅਦ ਵੀ ਅੱਗੇ ਜਿੱਤਣ ਤੋਂ ਬਾਅਦ RTI ਪਾ ਕੇ ਇਹਨਾਂ ਤੋਂ ਲਿਆ ਸਾਰਾ ਡਾਟਾ। 4.5 ਕਰੋੜ ਰੁਪਈਆ ਤਾਂ ਤਕਰੀਬਨ ਸਾਡੇ ਕੇਸ ਦੇ ਉੱਤੇ ਲੱਗਾ। ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਤੋਂ ਬਾਅਦ ਤੁਹਾਡੀ ਕੋਈ ਸਾਰ ਲਈ, ਕੋਈ ਬਾਂਹ ਫੜੀ ਕਿਸੇ ਵੀ ਤਰੀਕੇ ਨਾਲ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਇੱਕ ਨਵੀਂ ਪਿਰਤ ਪਈ ਹੋਈ ਹੈ। ਜਦ ਤੱਕ ਕੋਈ ਵੀ ਕਾਰਗੁਜ਼ਾਰੀ ਜਿਹੜੀ ਤੁਹਾਡੀ ਜੀਵਨ ਦੇ ਵਿੱਚ ਤੁਸੀਂ ਪਾ ਰਹੇ ਹੋ, ਕੋਈ ਘਟਨਾ ਤੁਹਾਡੇ ਜੀਵਨ 'ਚ ਵਾਪਰ ਰਹੀ ਹੈ, ਜੇ ਉਸ ਦੀ ਕਾਰਗੁਜ਼ਾਰੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਪਾਉਂਦੇ ਜਾਂ ਨਹੀਂ ਦਰਸਾਉਂਦੇ, ਲੋਕਾਂ ਨੂੰ ਨਹੀਂ ਦਿਖਾਉਂਦੇ, ਤਾਂ ਉਹ ਅਧੂਰੀ ਮੰਨੀ ਜਾਂਦੀ ਹੈ ਤੁਹਾਡੀ ਜਿੰਨੀਆਂ ਵੀ ਕਾਰਵਾਈਆਂ ਨੇ। ਸੋ ਇਸੇ ਸੰਬੰਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਕਾਰਜ ਹੈ ਜਿਹੜਾ ਉਹ ਪਛੜ ਕੇ ਜ਼ਰੂਰ ਸ਼ੁਰੂ ਹੋਇਆ ਸੋਸ਼ਲ ਮੀਡੀਆ ਦੇ ਉੱਤੇ, ਪਰ ਇਹ ਸਾਬਤ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਕਈ ਅਰਸੇ ਤੋਂ, ਆਪਾਂ 100 ਸਾਲ ਦਾ ਜਿਹੜਾ ਆਪਾਂ ਵਕਫਾ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਉਸ ਲੰਬੇ ਸਮੇਂ ਤੋਂ ਜਿਹੜਾ ਉਹ ਪੰਥਕ ਸੇਵਾ ਦੇ ਲਈ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਜਿਹੜੀ ਕਾਰਜਸ਼ੀਲ ਹੈ। ਅਕਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਵਾਲ ਪੁੱਛਿਆ ਜਾਂਦਾ ਕਿ ਤੁਸੀਂ 1984 ਦੇ ਜਿਹੜੇ ਖਾੜਕੂ ਸਿੰਘ ਸੀ ਉਹਨਾਂ ਲਈ ਕੀ ਕੀਤਾ, ਜਿਹੜੇ 1984 ਦਿੱਲੀ ਦੇ ਵਿੱਚ ਕਤਲੇਆਮ ਹੋਇਆ ਉਹਨਾਂ ਦਾ ਪਰਿਵਾਰਾਂ ਦਾ ਤੁਸੀਂ ਕੀ ਕੀਤਾ, ਜਿਹੜੇ ਧਰਮੀ ਫੌਜੀ ਸੀ ਉਹਨਾਂ ਦਾ ਤੁਸੀਂ ਕੀ ਕੀਤਾ। ਸੋ ਅਸੀਂ ਇੱਕ ਲੜੀ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਇਹਨਾਂ ਸਾਰਿਆਂ ਦਾ ਵਾਰੋ-ਵਾਰੀ ਤੁਹਾਡੇ ਨਾਲ ਤਾਰੁਫ ਕਰਾਵਾਂਗੇ, ਜਿਨ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਨ੍ਹਾਂ ਨੂੰ ਸਹਾਇਤਾ ਦਿੱਤੀ ਗਈ ਹੈ, ਜਿਨ੍ਹਾਂ ਨੂੰ ਨੌਕਰੀਆਂ ਵੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਦਿੱਤੀਆਂ ਗਈਆਂ। ਪਹਿਲੀ ਇਸ ਮੁਲਾਕਾਤ ਦੇ ਵਿੱਚ ਅੱਜ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਜਸਵੀਰ ਸਿੰਘ ਜੀ ਘੁੰਮਣ, ਜੋ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਜਦੋਂ ਬਤੌਰ ਵਿਦਿਆਰਥੀ ਦੇ ਤੌਰ 'ਤੇ ਉਹ ਸ਼ਾਮਲ ਹੁੰਦੇ ਨੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਆਪਣਾ ਬਤੌਰ ਪ੍ਰਧਾਨ ਆਪਣੀਆਂ ਸੇਵਾਵਾਂ ਨਿਭਾਉਂਦੇ ਨੇ ਤੇ ਸੰਘਰਸ਼ੀ ਯੋਧੇ ਦੇ ਰੂਪ ਦੇ ਵਿੱਚ ਜਿਹੜਾ ਉੱਭਰ ਕੇ ਸਾਹਮਣੇ ਆਉਂਦੇ ਨੇ। ਸੋ ਉਹਨਾਂ ਦੇ ਜ਼ਬਾਨੀ ਉਹਨਾਂ ਦੇ ਹਾਲ ਵੀ ਅਸੀਂ ਸੁਣਾਂਗੇ ਕਿ ਉਹਨਾਂ ਸਮਿਆਂ ਦੇ ਵਿੱਚ ਕੀ ਹਾਲ ਸੀ ਤੇ ਕਿਹੜੇ-ਕਿਹੜੇ ਸਮੇਂ ਦੇ ਉੱਤੇ ਪੰਥਕ ਸੰਸਥਾਵਾਂ ਨੇ ਇਹਨਾਂ ਯੋਧਿਆਂ ਦੀ ਜਿਹੜੀ ਪੈਰਵਾਈ ਕੀਤੀ ਹੈ। ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਚਾਹੁੰਦਾ ਵੀ ਸੰਗਤਾਂ ਨੂੰ ਡਿਟੇਲ ਰੂਪ ਦੇ ਵਿੱਚ ਜਿਹੜਾ ਤੁਹਾਡਾ ਸ਼ੁਰੂਆਤੀ ਜੀਵਨ ਸ਼ੁਰੂ ਹੁੰਦਾ, ਖਾਸ ਤੌਰ ਤੇ ਵਿਦਿਆਰਥੀ ਦੇ ਰੂਪ ਦੇ ਵਿੱਚ, ਸੰਘਰਸ਼ ਦੇ ਰੂਪ ਦੇ ਵਿੱਚ ਤੁਸੀਂ ਕਿਵੇਂ ਉਹਦੇ ਵਿੱਚ ਸ਼ਾਮਲ ਹੁੰਦੇ ਹੋ ਤੇ ਅੱਗੇ ਜਾ ਕੇ ਤੁਹਾਡੇ ਨਾਲ ਜੋ ਵਾਪਰਦਾ ਹੈਗਾ ਉਹਦੇ ਬਾਰੇ ਸੰਗਤ ਨੂੰ ਜ਼ਰੂਰ ਜਾਣੂ ਕਰਾਇਓ। ਮੈਂ ਜੀ, ਮੇਰਾ ਪਰਿਵਾਰ ਜਿਹੜਾ ਹੈ, ਸਾਡਾ ਪਿਛੋਕੜ ਤਾਂ ਗੁਰਦਾਸਪੁਰ ਦਾ ਹੈ, ਜ਼ਿਲ੍ਹਾ ਗੁਰਦਾਸਪੁਰ ਹੈ, ਪਿੰਡ ਮੇਰਾ ਘੁੰਮਣ ਕਲਾਂ ਹੈ। ਮੇਰੇ ਪਿਤਾ ਜੀ ਸਰਦਾਰ ਹਰਬੰਸ ਸਿੰਘ ਘੁੰਮਣ MLA ਵੀ ਰਹੇ ਧਾਰੀਵਾਲ ਹਲਕੇ ਤੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ ਬਹੁਤ ਲੰਬਾ ਸਮਾਂ, ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਅਹੁਦਿਆਂ ਦੇ ਉੱਤੇ ਉਹ ਬਿਰਾਜਮਾਨ ਰਹੇ, ਵਰਕਿੰਗ ਪ੍ਰੈਜ਼ੀਡੈਂਟ ਵੀ ਰਹੇ ਅਕਾਲੀ ਦਲ ਦੇ। ਅਤੇ 100 ਸਾਲ ਦੀ ਉਮਰ ਪੂਰੀ ਕਰਕੇ ਆ ਰੀਸੈਂਟਲੀ ਪਿਛਲੇ ਫਰਵਰੀ 12 ਨੂੰ 2 ਫਰਵਰੀ ਨੂੰ ਚੜ੍ਹਾਈ ਕੀਤੀ, ਜਿੱਦਣ ਉਹਨਾਂ ਦਾ 100 ਸਾਲਾ ਜਨਮ ਦਿਨ ਸੀਗਾ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਭ ਤੋਂ ਪਹਿਲਾਂ ਤਾਂ ਮੈਂ ਉਸ ਗੱਲ ਲਈ ਧੰਨਵਾਦ ਕਰਦਾ ਹਾਂ ਕਿ ਸਰਦਾਰ ਹਰਜਿੰਦਰ ਸਿੰਘ ਧਾਮੀ ਜੋ ਮੌਜੂਦਾ ਪ੍ਰਧਾਨ ਨੇ, ਉਹਨਾਂ ਨੇ ਜਾ ਕੇ ਉੱਥੇ ਉਹਨਾਂ ਦੀ ਭੋਗ ਦੇ ਉੱਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਅਤੇ ਉਹਨਾਂ ਦੀ ਤਸਵੀਰ ਜਿਹੜੀ ਆ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਸਿੱਖਾਂ ਦਾ ਜਿਹੜਾ ਵਿਰਸਾ ਹੈ ਜਿਹਨੂੰ ਸਾਂਭਿਆ ਹੋਇਆ ਚਿੱਤਰਾਂ ਦੇ ਰਾਹੀਂ, ਉਹਦੇ ਵਿੱਚ ਤਸਵੀਰ ਸੁਸ਼ੋਭਿਤ ਕਰਕੇ ਗੁਰੂ ਰਾਮਦਾਸ ਦੇ ਚਰਨਾਂ 'ਚ ਉਹਨਾਂ ਨੂੰ ਥਾਂ ਵੀ ਦਿੱਤੀ। ਮੈਂ ਇਸ ਗੱਲ ਤੋਂ ਵੀ ਉਹਨਾਂ ਦਾ ਧੰਨਵਾਦ ਕਰਦਾ ਹਾਂ। ਮੇਰਾ ਜੀਵਨ ਜਿਹੜਾ ਸ਼ੁਰੂ ਹੁੰਦਾ, ਮੈਂ 77 'ਚ 10ਵੀਂ ਕੀਤੀ ਸੀ। 78 'ਚ ਜਦੋਂ ਨਿਰੰਕਾਰੀ ਸਾਕਾ ਵਾਪਰਦਾ, ਉਸ ਵੇਲੇ ਤੋਂ ਲੈ ਕੇ ਮੈਂ ਇੱਕ ਛੋਟਾ ਜਿਹਾ, ਮੈਂ ਗੁਰਦੁਆਰੇ ਦਾ ਪ੍ਰਧਾਨ ਸੀ ਉੱਥੇ ਪਿੰਡ ਦੇ, ਅਤੇ ਮੈਨੂੰ ਉੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ, ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਜੀ ਟੌਹਰਾ ਜਿਹੜੇ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ, ਅਤੇ ਸਰਦਾਰ ਇੰਦਰਜੀਤ ਸਿੰਘ ਜੀ ਜੋ ਪੰਜਾਬ ਐਂਡ ਸਿੰਧ ਬੈਂਕ ਦੇ ਚੇਅਰਮੈਨ ਸਨ, ਇਹਨਾਂ ਨੂੰ ਉੱਥੇ ਇੱਕ ਸਟੇਜ 'ਤੇ ਇਕੱਠਿਆਂ ਕਰਨ ਦਾ ਮੌਕਾ ਮਿਲਿਆ ਮੈਨੂੰ। ਅਤੇ ਉਹ ਧਾਰਮਿਕ ਫੰਕਸ਼ਨ ਦੇ ਵਿੱਚ ਮੇਰਾ ਇਹਨਾਂ ਨਾਲ ਤਵਾਰਫ ਹੋਇਆ, ਮੇਰੇ ਪਿਤਾ ਜੀ ਨਾਲ ਮੇਰੀ ਵਾਕਫੀਤ ਕਰਾਈ।
ਤੇ ਸੰਤ ਜਰਨੈਲ ਸਿੰਘ ਹੋਣਾ ਨੇ ਉਸ ਵੇਲੇ ਕਿਹਾ ਵੀ ਘੁੰਮਣ ਸਾਹਿਬ ਤੁਹਾਡੇ 4 ਬੇਟੇ ਆ ਤੇ ਇੱਕ ਸੰਗ ਦੇ ਦਿਓ ਜੀ। ਤੇ ਉਸ ਵੇਲੇ ਮੈਂ ਫੈਡਰੇਸ਼ਨ 'ਚ ਅਗਲੇ ਦਿਨ ਹੀ ਮੈਨੂੰ ਭਰਤੀ ਕਰ ਲਿਆ ਗਿਆ। ਭਾਈ ਸਾਹਿਬ ਅਮਰਸ਼ੀਦ ਭਾਈ ਅਮਰੀਕ ਸਿੰਘ ਜੀ ਉਸ ਵੇਲੇ ਫੈਡਰੇਸ਼ਨ ਦੇ ਪ੍ਰਧਾਨ ਬਣ ਚੁੱਕੇ ਸਨ। ਉਹਨਾਂ ਨੇ ਮੇਰੀ ਮੁਲਾਕਾਤ ਕਰਾਈ। ਉਸ ਮੁਲਾਕਾਤ ਤੋਂ ਬਾਅਦ ਅਸੀਂ ਕਾਲਜ ਵਿੱਚ ਦਾਖਲ ਹੋਏ। ਕਾਲਜ ਵਿੱਚ ਦਾਖਲ ਹੋ ਕੇ ਅਸੀਂ ਜਦੋਂ ਕਿ ਨਕਸਲਾਈਟ ਮੂਵਮੈਂਟ ਦਾ ਬਹੁਤ ਜ਼ਿਆਦਾ ਜ਼ੋਰ ਸੀਗਾ ਉਸ ਵੇਲੇ ਪੰਜਾਬ ਦੇ ਵਿੱਚ, ਤੇ ਉਹ ਪੰਜਾਬ ਦੇ ਵਿੱਚ ਮੈਂ ਸਮਝਦਾ ਕਿ ਉਸ ਵੇਲੇ ਸਿੱਖੀ ਦੀ ਗੱਲ ਕਰਨੀ ਜਿਵੇਂ ਪਿਛਲੇ 84 ਦੇ ਵਿੱਚ ਹੋ ਗਿਆ ਸੀ, ਉਸ ਵੇਲੇ 78 ਦੇ ਵਿੱਚ ਸੀ ਕਿ ਸਿੱਖੀ ਦੀ ਗੱਲ ਕਰਨੀ ਇੱਕ ਗੁਨਾਹ ਹੋ ਗਿਆ ਸੀਗਾ। ਤੇ ਕਾਮਰੇਡਾਂ ਨੇ ਆਪਣਾ ਗਲਬਾ ਲਾਲ ਝੰਡਾ ਲਾਲ ਸਲਾਮ ਦੇ ਨਾਅਰੇ ਗੂੰਜਦੇ ਸੀ ਕਾਲਜ ਦੀ ਫਿਜ਼ਾ ਦੇ ਵਿੱਚ, ਯੂਨੀਵਰਸਿਟੀ ਦੀ ਫਿਜ਼ਾ ਦੇ ਵਿੱਚ। ਅਸੀਂ ਉਹ ਇੱਕ ਤਹਈਆ ਕੀਤਾ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰਨਾ ਹੈ, ਤੇ ਸਿੱਖ ਸਟੂਡੈਂਟ ਫੈਡਰੇਸ਼ਨ ਜਿਹਦਾ ਬੜਾ ਲੰਬਾ ਸਮਾਂ ਇਤਿਹਾਸ ਰਿਹਾ ਹੈ ਸਿੱਖੀ ਦਾ ਪ੍ਰਚਾਰ ਵਾਸਤੇ, ਸਰਦਾਰ ਨੇਕੀ ਸਾਹਿਬ ਨੇ ਉਦੋਂ ਇਹਨਾਂ ਨੇ ਜਿੰਨੇ ਸਾਡੇ ਫੈਡਰੇਸ਼ਨ ਦੇ ਪੁਰਾਣੇ ਪ੍ਰਧਾਨ ਸੀਗੇ, ਉਹਨਾਂ ਨੇ ਕਾਲਜ ਲੈਵਲ ਤੋਂ ਸ਼ੁਰੂ ਕਰਕੇ ਯੂਨੀਵਰਸਿਟੀਆਂ ਲੈਵਲ ਤੋਂ ਸ਼ੁਰੂ ਕਰਕੇ ਫੈਡਰੇਸ਼ਨ ਨੂੰ ਬਹੁਤ ਬੁਲੰਦੀਆਂ 'ਤੇ ਲਗਾਏ ਸੀਗੇ। ਪਰ ਉਹਨਾਂ ਦਿਨਾਂ 'ਚ ਆ ਕੇ ਫੈਡਰੇਸ਼ਨ ਬਹੁਤ ਡੈੱਡ ਹੋ ਗਈ ਸੀ, ਬਹੁਤ ਥੋੜ੍ਹੇ ਬੰਦੇ ਸੀ। ਤੇ ਭਾਈ ਅਮਰੀਕ ਸਿੰਘ ਦੀ ਸ਼ਖਸੀਅਤ ਸੰਤ ਬਾਬਾ ਕਰਤਾਰ ਸਿੰਘ ਦੇ ਪੁੱਤਰ ਹੋਣ ਦੇ ਕਰਕੇ ਤੇ ਭਾਈ ਅਮਰੀਕ ਸਿੰਘ ਦੀ ਆਪਣੀ ਸ਼ਖਸੀਅਤ ਨੇ ਸਾਨੂੰ ਬਹੁਤ ਪ੍ਰੇਰਿਤ ਕੀਤਾ। ਸੰਤ ਬਾਬਾ ਜਰਨੈਲ ਸਿੰਘ ਦੀ ਸ਼ਖਸੀਅਤ ਨੇ ਸਾਨੂੰ ਪ੍ਰੇਰਿਤ ਕੀਤਾ। ਅਸੀਂ ਫੈਡਰੇਸ਼ਨ ਦੇ ਵਿੱਚ ਛਾਲ ਮਾਰ ਕੇ ਕੁੱਦੇ ਤੇ ਬਹੁਤ ਸਾਰੀਆਂ ਦੁਸ਼ਵਾਰੀਆਂ ਦਾ ਸਾਨੂੰ ਸਾਹਮਣਾ ਵੀ ਕਰਨਾ ਪਿਆ। ਅਸੀਂ ਲਗਾਤਾਰ 6 ਸਾਲ ਫੈਡਰੇਸ਼ਨ ਦਾ ਮੈਂ ਕੰਮ ਕੀਤਾ, ਜਦੋਂ ਕਿ ਮੈਂ ਦੱਸਣ 'ਚ ਖੁਸ਼ੀ ਮਹਿਸੂਸ ਕਰਦਾ ਵੀ ਅੱਜ ਤਾਂ ਕੋਈ ਕਿਸੇ ਨੂੰ ਕਹਿਣਾ ਹੋਵੇ ਵੀ ਤੂੰ ਫੈਡਰੇਸ਼ਨ ਇਸ਼ਤਿਹਾਰ ਲਾਇਆ ਤੇ ਕੋਈ ਇਸ਼ਤਿਹਾਰ ਲਾਉਣ ਨਹੀਂ ਜਾਂਦਾ। ਮੈਂ ਤੇ ਸਰਦਾਰ ਹਰਬੰਸ ਸਿੰਘ ਮੰਜਪੁਰ ਸੀ ਮੇਰੇ ਨਾਲ, ਇੱਕ ਵਾਰੀ ਸਰਦਾਰ ਤੜਕ ਸਿੰਘ ਬਰਾੜ ਸੀ। ਅਸੀਂ ਲੱਗਦਾ ਕਿ ਅਸੀਂ ਬਹੁਤ ਲੰਬਾ ਇੱਥੋਂ ਲੈ ਕੇ ਸਾਈਕਲ 'ਤੇ ਉਹ ਬਾਬਾ ਹਰੀਆਂ ਵੇਲਾ ਵਾਲਿਆਂ ਦੇ ਡੇਰੇ ਤੱਕ ਅਸੀਂ ਇਸ਼ਤਿਹਾਰ ਸਾਈਕਲ 'ਤੇ ਲਾਉਂਦੇ ਹੁੰਦੇ ਸੀ ਜਾ ਕੇ। ਤੇ ਅਸੀਂ ਬਹੁਤ ਉਸ ਵੇਲੇ ਬੜਾ ਕਾਮਰੇਡਾਂ ਦਾ ਜ਼ੋਰ ਸੀ। ਉਹਨਾਂ ਨੂੰ ਕਾਲਜਾਂ ਵਿੱਚੋਂ ਦਲੀਲਾਂ ਨਾਲ ਆਪਣੇ ਦਬਕੇ ਨਾਲ ਅਸੀਂ ਉਹਨਾਂ ਨੂੰ ਕਾਲਜਾਂ 'ਚੋਂ ਕੱਢਿਆ, ਤੇ ਗੁਰਸਿੱਖਾਂ ਵਾਲੀ ਜਿਹੜੀ ਜੀਵਨ ਦੀ ਜਾਚ ਸੀਗੀ ਇਹ ਵਿਦਿਆਰਥੀ ਜੀਵਨ ਵਿੱਚ ਅਸੀਂ ਉਹ ਚਿਣਗ ਪੈਦਾ ਕੀਤੀ। ਤੇ ਸਾਨੂੰ ਉਹਦੇ ਵਾਸਤੇ ਬਹੁਤ ਦੁਸ਼ਵਾਰੀਆਂ, ਮੈਨੂੰ ਇੱਕ ਵਾਰੀ ਪੁਲਿਸ ਚੁੱਕ ਕੇ ਲੈ ਗਈ, ਪੁਲਿਸ ਮੁਕਾਬਲਾ ਵੀ ਬਣਾ ਦਿੱਤਾ ਗਿਆ। ਉਹ ਸੰਤ ਬਾਬਾ ਜਰਨੈਲ ਸਿੰਘ ਤੇ ਸੰਤ ਬਾਬਾ ਹਰਚੰਦ ਸਿੰਘ ਲੌਂਗੋਵਾਲ ਦੀ ਕਿਰਪਾ ਦਾ ਸਦਕਾ ਮੈਨੂੰ ਉਸ ਮੁਕਾਬਲੇ 'ਚ ਮੈਨੂੰ ਮਾਰਿਆ ਨਹੀਂ ਸੀ। ਜਦੋਂ ਉਹਨਾਂ ਨੇ ਐਲਾਨ ਕਰਤਾ ਵੀ ਮੁਕਾਬਲੇ 'ਚ ਮਾਰਿਆ ਗਿਆ, ਤੇ ਉਸ ਵੇਲੇ ਮੈਨੂੰ ਉਹਨਾਂ ਨੇ ਇੰਦਰਾ ਗਾਂਧੀ ਨੂੰ ਕਹਿ ਕੇ ਛਡਾਇਆ। ਸੰਤ ਬਾਬਾ ਹਰਚੰਦ ਸਿੰਘ ਲੌਂਗੋਵਾਲ ਨੇ ਸੰਤ ਬਾਬਾ ਜਰਨੈਲ ਸਿੰਘ ਬਹਿ ਕੇ ਫੋਨ ਕਰਾਇਆ ਵੀ ਜੇ ਹੁਣ ਨਾ ਛੱਡਿਆ ਤਾਂ ਫਿਰ ਸਾਨੂੰ ਕੁਛ ਕਰ ਲਈ ਮਜਬੂਰ ਹੋਣਾ ਪਊਗਾ। ਤੇ ਉਹ ਮੈਨੂੰ ਛਡਾ ਲਿਆ। ਉਹਦੀ ਮੇਰੇ ਲੱਤਾਂ ਬਹੁਤ ਤੋੜੀਆਂ ਸੀ, ਉਦੋਂ ਬਹੁਤ ਮੈਨੂੰ ਤਸ਼ੱਦਦ ਕੀਤਾ, 10 ਦਿਨ ਲਗਾਤਾਰ ਲੱਭਿਆ ਨਹੀਂ ਸੀ। ਤੇ ਇਸ ਤਰ੍ਹਾਂ ਸਾਡੀ ਸ਼ੁਰੂਆਤ ਹੁੰਦੀ ਹੈ ਵਿਦਿਆਰਥੀ ਜੀਵਨ ਤੋਂ, ਵਿਦਿਆਰਥੀ ਜਥੇਬੰਦੀ ਦੇ ਤੌਰ ਤੋਂ ਸ਼ੁਰੂਆਤ ਜਿਹੜੀ ਹੁੰਦੀ ਹੈ। ਆਪਾਂ ਹੁਣ ਵੀ ਜਿਹੜਾ ਦੇਖਦੇ ਹਾਂ ਵਿਦਿਆਰਥੀ ਜਥੇਬੰਦੀਆਂ ਜਾਂ ਯੂਨੀਵਰਸਿਟੀ ਦੇ ਵਿੱਚ ਜਿਹੜੀ ਸਪੇਸ ਮਿਲੀ ਹੋਈ ਹੈ ਇੱਕ ਸਿੱਖੀ ਦੀ ਗੱਲ ਕਰਨ ਲਈ, ਤੇ ਉਹ ਸਾਨੂੰ ਲੱਗਦਾ ਵੀ ਉਹ ਇਹਨਾਂ ਜਿਹੜੇ ਸਾਡੇ ਪੁਰਖੇ ਨੇ ਜਿਨ੍ਹਾਂ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਖਾਸ ਤੌਰ 'ਤੇ ਉਹਨਾਂ ਦੌਰ ਦੇ ਵਿੱਚ 78 ਤੇ 84 ਦੇ ਵਿੱਚ ਜਦੋਂ ਚਲਾਈ, ਉਹ ਦੱਸ ਰਹੇ ਨੇ ਕਿ ਕਿਵੇਂ ਉਦੋਂ ਵੀ ਪੰਜਾਬ ਦੇ ਵਿੱਚ ਜਿਹੜੀ ਇੱਕ ਵਿਰੋਧੀ ਧਿਰ ਖਾਸ ਤੌਰ 'ਤੇ ਸਿੱਖਾਂ ਦੀ ਮੰਨੀ ਜਾਂਦੀ ਹੈ ਕਾਮਰੇਡ, ਉਹ ਉਦੋਂ ਜ਼ਿਆਦਾ ਸਰਗਰਮ ਸੀਗੇ ਹੁਣ ਨਾਲੋਂ ਵੀ ਜ਼ਿਆਦਾ। ਤੇ ਉਦੋਂ ਜਿਹੜੀ ਗੱਲ ਕਰਨੀ ਅੱਜ ਨਾਲੋਂ ਵੀ ਕਿਤੇ ਔਖੀ ਸੀ। ਤੇ ਅਸੀਂ ਤੁਹਾਡੇ ਵੀ ਧੰਨਵਾਦੀ ਹਾਂ ਕਿ ਤੁਸੀਂ ਸਾਨੂੰ ਅੱਜ ਉਹ ਸਪੇਸ ਸਾਡੇ ਲਈ, ਭਾਵੇਂ ਕਿ ਉਨੀ ਨਹੀਂ ਹੈ ਪਰ ਅਸੀਂ ਉਹ ਹੋ ਸਕਦਾ ਸਾਡੇ ਵਿੱਚ ਕਈ ਕਮੀਆਂ ਹੋਣ ਉਹਦੇ ਕਰਕੇ ਉਨੀ ਨਹੀਂ ਬਣ ਸਕੀ, ਪਰ ਜਿੰਨੀ ਹੈ ਉਹ ਅਸੀਂ ਇਹ ਕਹਿ ਸਕਦੇ ਹਾਂ ਕਿ ਤੁਹਾਡੀ ਬਦੌਲਤ ਹੈ ਜਿਹੜੀ ਉਹ ਸਾਨੂੰ ਗੱਲ ਕਰਨ ਦਾ ਮੌਕਾ ਮਿਲਦਾ। ਸੰਘਰਸ਼ੀ ਜੀਵਨ ਦੀ ਜਿਹੜੀ ਸ਼ੁਰੂਆਤ ਹੈ ਤੁਸੀਂ ਦੱਸ ਦਿਓ ਵੀ ਉੱਥੋਂ ਸ਼ੁਰੂ ਹੁੰਦੀ ਹੈ। 1984 ਦੇ ਵਿੱਚ ਜਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਦਰਬਾਰ ਸਾਹਿਬ ਉੱਤੇ ਹਮਲਾ ਹੁੰਦਾ, ਉਦੋਂ ਤੁਹਾਡੀ ਕੀ ਭੂਮਿਕਾ ਰਹਿੰਦੀ ਹੈ ਤੇ ਉਸ ਤੋਂ ਬਾਅਦ ਹੈ ਜਿਹੜੀ ਤੁਹਾਡਾ ਜੀਵਨ ਸਾਰਾ ਕਿਵੇਂ ਰਹਿੰਦਾ? ਮੈਂ ਦੱਸਣਾ ਚਾਹੁੰਦਾ ਕਿ 78 ਤੋਂ ਬਾਅਦ ਅਸੀਂ ਕਾਲਜ ਵਿੱਚ ਲਗਾਤਾਰ ਰਹੇ ਤਾਂ ਮੈਨੂੰ ਕਈ ਵਾਰ ਸਟੂਡੈਂਟਸ ਦੇ ਹੁੰਦਿਆਂ ਵੀ ਜੇਲ੍ਹ ਜਾਣਾ ਪਿਆ, ਬਹੁਤ ਵਾਰ ਤਸ਼ੱਦਦ ਵੀ ਝੱਲਣਾ ਪਿਆ। ਮੈਂ ਆਪਣੀ ਪੜ੍ਹਾਈ ਜਾਰੀ ਰੱਖੀ, ਨਾਲ ਅਸੀਂ ਪੜ੍ਹਾਈ ਵੀ ਕਰਦੇ ਗਏ ਜਿੰਨੇ ਕੁ ਅਸੀਂ ਕਰਦੇ। ਕਈ ਵਾਰੀ ਸਾਨੂੰ ਕੰਪਾਰਟਮੈਂਟ ਵੀ ਆਈ ਇਸ ਕਰਕੇ ਕਿ ਪੇਪਰ ਨਾ ਦੇਣ ਦੇਣੇ ਪੁਲਿਸ ਨੇ, ਅਸੀਂ ਭੱਜ ਜਾਣਾ। ਉਹ ਅਸੀਂ ਸਾਰੀਆਂ ਦੁਸ਼ਵਾਰੀਆਂ ਵਿੱਚੋਂ ਨਿਕਲ ਕੇ ਸੰਤ ਬਾਬਾ ਜਰਨੈਲ ਸਿੰਘ ਦੀ ਸ਼ਖਸੀਅਤ ਜਿਹੜੀ ਸੀ ਉਹ ਨਿਖਰਦੀ ਗਈ ਦਿਨੋਂ ਦਿਨ। ਉਹ 6 ਸਾਲਾਂ 'ਚ ਦੁਨੀਆ ਦਾ ਉਹ ਸਿੱਖ ਬਣ ਗਿਆ ਜਿਹਦਾ ਕੋਈ ਤੋੜ ਅੱਜ ਤੱਕ ਨਹੀਂ ਲੱਭਿਆ ਅੱਜ ਦੇ ਯੁੱਗ ਦੇ ਵਿੱਚ। ਉਸ ਤੋਂ ਮਿਕਨਾਤੀਸੀ ਸ਼ਖਸੀਅਤ ਨੇ ਸਾਨੂੰ ਬਹੁਤ ਪ੍ਰਭਾਵਿਤ ਕੀਤਾ। ਭਾਈ ਅਮਰੀਕ ਸਿੰਘ ਹੋਣਾ ਨੇ ਸਾਡੇ ਅੰਦਰ ਇੱਕ ਜਜ਼ਬਾ ਪੈਦਾ ਕਰਤਾ ਕਿ ਕੌਮ ਦੇ ਉੱਤੋਂ ਮਰਨ ਮਿਟਣ ਵਾਲਾ ਬੰਦਾ ਹੀ ਸਿੱਖ ਹੁੰਦਾ। ਅਸੀਂ ਉਸ ਜਜ਼ਬੇ ਨੂੰ ਲੈ ਕੇ ਤੁਰੇ ਗਏ। ਜਦੋਂ ਮੈਂ ਯੂਨੀਵਰਸਿਟੀ ਪੜ੍ਹਨ ਆਇਆ ਤਾਂ ਉੱਥੇ ਵੀ ਮੈਨੂੰ ਪੁਲਿਸ ਚੁੱਕ ਕੇ ਲੈ ਗਈ। ਉਸ ਤੋਂ ਬਾਅਦ ਸਾਨੂੰ ਉੱਥੋਂ ਭੱਜਣਾ ਪਿਆ। ਮੇਰੇ ਕਿਤਾਬਾਂ ਹੋਸਟਲ 'ਚੋਂ ਸਾਰਾ ਕੁਝ ਸਮਾਨ ਲੈ ਗਏ। ਉਹ ਸੰਤਾਂ ਕੋਲੇ ਮੈਂ ਇੱਥੇ ਉਦੋਂ ਮੋਰਚਾ ਸ਼ੁਰੂ ਹੋ ਚੁੱਕਾ ਸੀ, ਅਸੀਂ ਇੱਥੇ ਆ ਗਏ, ਸੰਤਾਂ ਨਾਲ ਰਹੇ, ਬਹੁਤ ਲੰਬਾ ਸਮਾਂ ਅਸੀਂ ਇਕੱਠੇ ਰਹੇ ਸੰਤਾਂ ਨਾਲ। ਮਤਲਬ ਕਹਿ ਸਕਦਾ ਕਿ ਅਸੀਂ ਯਾਰਾਂ ਦੋਸਤਾਂ ਵਾਲਾ ਵੀ ਸਾਡਾ ਸੰਬੰਧ ਰਿਹਾ। ਬਹੁਤ ਸੋਹਣਾ ਅਸੀਂ ਜੀਵਨ ਬਸਰ ਕੀਤਾ ਇੱਥੇ।
ਹਿੰਦੁਸਤਾਨ ਦੀ ਸਰਕਾਰ ਨਾਲ ਜਿਹੜੇ ਵੀ ਧੱਕੇ ਹੁੰਦੇ ਸੀ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਰਹੇ ਆਪਣੀ ਫੈਡਰੇਸ਼ਨ ਦੇ ਰਾਹੀਂ। ਅਤੇ 84 ਦਾ ਜਦੋਂ ਅਖੀਰ ਮੌਕਾ ਆ ਗਿਆ, ਜਦੋਂ ਹਿੰਦੁਸਤਾਨ ਦੀ ਰਾਣੀ ਨੇ ਇਹ ਧਾਰ ਲਿਆ ਕਿ ਅਸੀਂ ਸਿੱਖਾਂ ਦਾ ਦਰਬਾਰ ਸਾਹਿਬ ਢਾਉਣਾ ਹੈ, ਮੈਂ ਸਮਝਦਾ ਕਿ ਇਹ ਜਿਹੜਾ ਉਹਦੇ ਮਨ 'ਚ 75 ਦੀ ਐਮਰਜੈਂਸੀ ਤੋਂ ਹੀ ਉਹਦੇ ਮਨ 'ਚ ਇਹ ਗੱਲ ਵੜ ਚੁੱਕੀ ਸੀਗੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧੀ ਪਾਰਟੀਆਂ ਦਾ ਸਾਥ ਦਿੱਤਾ ਸੀ ਜਦੋਂ ਕਿ ਇੰਦਰਾ ਗਾਂਧੀ ਨਹੀਂ ਸੀ ਚਾਹੁੰਦੀ ਕਿ ਸਿੱਖ ਮੋਰਚਾ ਲਾਉਣ। ਸਿੱਖਾਂ ਨੇ ਮੋਰਚਾ ਲਾਤਾ, ਉਹਦੇ ਮਨ 'ਚ ਕੜਤਨ ਪੈਦਾ ਹੋ ਗਈ। ਅਸੀਂ ਉਹ ਮੋਰਚਾ ਐਮਰਜੈਂਸੀ ਦਾ ਬੜੀ ਬਾਖੂਬੀ ਸ਼੍ਰੋਮਣੀ ਅਕਾਲੀ ਦਲ ਦੀ ਬਦੌਲਤ ਤੋਂ ਜਿੱਤਿਆ। ਹਿੰਦੁਸਤਾਨ ਦੀਆਂ ਬਾਕੀ ਪਾਰਟੀਆਂ ਨੇ ਰਾਜ ਨਾਰਾਇਣ ਹੋਣਾ ਨੂੰ ਜੇਲ੍ਹਾਂ 'ਚੋਂ ਰਿਹਾ ਕਰਾਇਆ। 19 ਮਹੀਨੇ ਉਹ ਲਗਾਤਾਰ ਮੋਰਚਾ ਚੱਲਿਆ। ਉਸ ਮੋਰਚੇ ਦੀ ਬਦੌਲਤ ਇੰਦਰਾ ਗਾਂਧੀ ਦੇ ਮਨ 'ਚ ਬਹੁਤ ਜ਼ਿਆਦਾ ਸਿੱਖਾਂ ਪ੍ਰਤੀ ਨਫ਼ਰਤ ਪੈਦਾ ਹੋ ਚੁੱਕੀ ਸੀ। ਉਹ ਦਰਬਾਰ ਸਾਹਿਬ ਢਾਹ ਕੇ ਸਾਡੇ ਕੋਲ ਬਦਲਾ ਲੈਣਾ ਚਾਹੁੰਦੀ ਸੀ। ਉਹਨੇ ਟੈਂਕਾਂ ਦੇ ਤੋਪ ਚਾੜ੍ਹ ਦਿੱਤੇ 84 ਦੇ ਵਿੱਚ। ਅਤੇ ਜਦੋਂ ਪਤਾ ਲੱਗਾ ਵੀ ਹੁਣ ਇਹ ਸਾਡੇ ਨੂੰ ਦਰਬਾਰ ਸਾਹਿਬ ਨੂੰ ਢਾਉਣਗੇ ਸੰਤਾਂ ਨੂੰ ਗ੍ਰਿਫਤਾਰ ਕਰਨ ਵਾਸਤੇ, ਅਤੇ ਉਦੋਂ ਹੀ ਮੈਂ ਸਮਝਦਾ ਕਿ ਜੇ ਸੰਤਾਂ ਨੂੰ ਗ੍ਰਿਫਤਾਰ ਕਰਨਾ ਹੁੰਦਾ ਫਿਰ ਤਾਂ ਪੰਜਾਬ ਨੂੰ ਵੀ ਘੇਰਾ ਪਾਇਆ ਜਾ ਸਕਦਾ ਸੀ, ਦਰਬਾਰ ਸਾਹਿਬ ਨੂੰ ਵੀ ਘੇਰਾ ਪਾਇਆ ਜਾ ਸਕਦਾ ਸੀ। ਪਰ ਉਹਦੀ ਨੀਅਤ ਜਿਹੜੀ ਇਹ ਖੋਟੀ ਹੋ ਚੁੱਕੀ ਸੀ ਕਿ ਸਿੱਖਾਂ ਦਾ ਮੁਕੱਦਸ ਸਥਾਨ ਜਿਹੜਾ ਉਹਨੂੰ ਢਾਉਣਾ ਹੈ, ਇਹਨਾਂ ਦਾ ਖੁਰਾ ਖੋਜ ਮਿਟਾਉਣਾ ਹੈ। ਉਹ ਅਬਦਾਲੀ ਦੇ ਰਾਹ 'ਤੇ ਤੁਰ ਪਈ, ਜਿਹਦਾ ਖਮਿਆਜਾ ਉਹਨੂੰ ਵੀ ਭੁਗਤਣਾ ਪਿਆ, ਉਹਨਾਂ ਦੀ ਕਮਿਊਨਿਟੀ ਨੂੰ ਵੀ ਭੁਗਤਣਾ ਪਿਆ, ਸਾਨੂੰ ਬਹੁਤ ਜ਼ਿਆਦਾ ਸਿੱਖਾਂ ਨੂੰ ਭੁਗਤਣਾ ਪਿਆ। ਅਤੇ ਮੈਂ ਸਮਝਦਾ ਕਿ ਉਹ ਜਿਹੜਾ ਇੰਦਰਾ ਗਾਂਧੀ ਦਾ ਹਮਲਾ ਸੀ ਉਹ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਸਤੇ ਉਹਨੇ ਹਮਲਾ ਕੀਤਾ ਸੀ। ਅਸੀਂ ਉਹਦੇ ਵਿੱਚ ਯੋਗਦਾਨ ਪਾਇਆ ਕਿ ਸੰਤ ਬਾਬਾ ਜਰਨੈਲ ਸਿੰਘ ਦੀ ਰਹਿਨੁਮਾਈ ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨੌਜਵਾਨ ਵਰਕਰਾਂ ਨੇ ਆਪਣਾ ਬਣਦਾ ਯੋਗਦਾਨ ਜਿਹੜਾ ਅਸੀਂ ਪਾ ਸਕਦੇ ਸੀ ਜਵਾਨੀ ਦੇ ਵਿੱਚ ਅਸੀਂ ਪਾਇਆ। ਮੈਨੂੰ ਫਖਰ ਹੈ ਇਸ ਗੱਲ ਦਾ ਕਿ ਮੈਨੂੰ ਵੀ ਉਸ ਵੇਲੇ ਇੱਕ ਪੂਰੇ ਮੋਰਚੇ ਦੀ ਕਮਾਂਡ ਦਿੱਤੀ ਗਈ। ਮੇਰੀ ਉਮਰ ਭਾਵੇਂ 22-23 ਸਾਲ ਸੀ, ਪਰ ਮੇਰੇ ਨਾਲ 13-14 ਸੰਘ ਦੇ ਕੇ ਅਸੀਂ ਉਹ ਬਾਹਰਲੇ ਬੰਨੇ ਦਰਬਾਰ ਸਾਹਿਬ ਦੇ ਡਿਓੜੀ ਤੋਂ ਬਾਹਰ ਉਹ ਸਭ ਤੋਂ ਫਰੰਟ 'ਤੇ ਮੈਨੂੰ ਮੋਰਚੇ ਦੀ ਉਹ ਕਮਾਂਡ ਦਿੱਤੀ ਗਈ। ਜਿੰਨਾ ਕੁ ਮੈਂ ਗੁਰੂ ਰਾਮਦਾਸ ਦੀ ਕਿਰਪਾ ਨਾਲ ਯੋਗਦਾਨ ਪਾ ਸਕਿਆ ਉਸ ਮੋਰਚੇ ਦੇ ਵਿੱਚ ਅਸੀਂ ਪਾਇਆ। ਸਾਡੇ ਨਾਲ ਦੇ ਸਿੰਘ ਸ਼ਹੀਦ ਵੀ ਹੋ ਗਏ। ਅਸੀਂ ਫੜੇ ਗਏ। ਫੜੇ ਜਾਣ ਤੋਂ ਬਾਅਦ ਸਾਡੇ 'ਤੇ ਮੈਂ ਦੱਸਣ 'ਚ ਇਹ ਕਿ ਗੱਲ ਤਾਂ ਇੱਦਾਂ ਲੱਗਦੀ ਹੈ ਕਿ ਜਿਵੇਂ ਸ਼ਰਮ ਜਿਹੀ ਆਉਂਦੀ ਹੈ। 59 ਦਿਨ ਮੈਂ ਨੰਗਾ ਰਿਹਾ ਆਰਮੀ ਕੈਂਪ ਦੇ ਵਿੱਚ। ਉਹਦੇ ਵਿੱਚ ਸਾਨੂੰ ਬਹੁਤ ਸ਼ੱਦਰ ਢਾਇਆ ਗਿਆ, ਬਹੁਤ ਸਾਰੇ ਬੰਦੇ ਮਾਰ ਦਿੱਤੇ ਗਏ ਉੱਥੇ ਖੜ੍ਹ ਕੇ। ਉਦੋਂ ਬਾਅਦ ਸਾਨੂੰ ਨਾਭੇ ਜੇਲ੍ਹ 'ਚ ਲਿਜਾ ਕੇ ਹਿੰਦੁਸਤਾਨ ਦੀਆਂ ਜਿੰਨੀਆਂ ਵੀ ਏਜੰਸੀਆਂ ਸੀ 9-10 ਇੰਟੈਰੋਗੇਸ਼ਨ ਜਿਹੜੀਆਂ ਕਰਦੀਆਂ ਸੀ, ਉਹਨਾਂ ਨੇ ਅਲੱਗ-ਅਲੱਗ ਸੈੱਲਾਂ ਦੇ ਵਿੱਚ ਸਾਨੂੰ ਇੰਟੈਰੋਗੇਟ ਕੀਤਾ। ਮੇਰੇ ਪਿਤਾ ਜੀ ਨੇ ਇੱਕ ਹੈਬਿਸ ਕਾਰਪਸ ਪਾਈ। ਉਹ ਰੇਡ ਹੋਇਆ ਹਾਈ ਕੋਰਟ ਦੇ ਵਾਰੰਟ ਅਫਸਰ ਦਾ। ਉਹਨੇ ਮੈਨੂੰ ਪੁੱਠੇ ਟੰਗੇ ਨੂੰ ਸਵੇਰੇ 6 ਵਜੇ ਆ ਕੇ ਪੁੱਠੇ ਟੰਗੇ ਨੂੰ ਲਾਇਆ ਪਿੱਲਰਾਂ ਦੇ ਨਾਲੋਂ, ਅਤੇ ਉਹ 32-33 ਅਫਸਰ ਜਿਹੜੇ CBI ਦੇ ਉਹ ਸਸਪੈਂਡ ਹੋਏ ਉਹਦੇ ਵਿੱਚ। ਅਤੇ ਸਾਨੂੰ ਉਹਦੇ ਵਿੱਚ ਵੀ ਮੁਆਵਜ਼ਾ ਮਿਲਿਆ ਸਾਡੇ 90 ਬੰਦਿਆਂ ਨੂੰ ਨਾਭੇ ਜੇਲ੍ਹ ਦੇ ਵਿੱਚੋਂ ਜਿਹੜੇ ਅਸੀਂ ਫੜੇ, ਜਿਨ੍ਹਾਂ 'ਤੇ ਤਸ਼ੱਦਦ ਕੀਤਾ ਸੀ। ਉਸ ਤੋਂ ਅਗਲੇ ਦਿਨ ਹੀ ਇਹਨਾਂ ਨੇ ਮੇਰੀ ਜੇਲ੍ਹ ਤਬਦੀਲ ਕਰਕੇ ਲੱਡਾ ਕੋਠੀ ਸੰਗਰੂਰ, ਇੱਕ ਲੱਡਾ ਕੋਠੀ ਨਾਂ ਦੀ ਵੱਜਦੀ ਆ, ਮਸ਼ਹੂਰ ਇੰਟੈਰੋਗੇਸ਼ਨ ਸੈਂਟਰ ਸੀ, ਮੈਨੂੰ ਉੱਥੇ ਤਬਦੀਲ ਕਰਤਾ ਗਿਆ। ਮਹੀਨਾ ਉੱਥੇ ਤਸ਼ੱਦਦ ਕੀਤਾ ਗਿਆ। ਉਹ ਤੋਂ ਬਾਅਦ ਫਿਰ ਇੱਟਾਂ ਹੋਈਆਂ ਮੈਨੂੰ ਆ ਕੇ। ਸਰਦਾਰ ਤਾਰਾ ਸਿੰਘ ਚੀਮਾ ਸੈਸ਼ਨ ਜੱਜ ਸੀਗੇ ਸੰਗਰੂਰ ਦੇ, ਉਹਨਾਂ ਨੇ ਆ ਕੇ ਉੱਥੋਂ ਮੈਨੂੰ ਛੁਡਵਾਇਆ। ਉੱਥੋਂ ਫਿਰ ਨਾਭੇ ਜੇਲ੍ਹ ਭੇਜਿਆ। ਨਾਭੇ ਜੇਲ੍ਹ ਤੋਂ ਬਾਅਦ ਸਾਨੂੰ ਜੋਧਪੁਰ ਜੇਲ੍ਹ ਹੈਲੀਕਾਪਟਰ 'ਤੇ ਤਬਦੀਲ ਕਰ ਦਿੱਤਾ ਗਿਆ। ਫਿਰ ਲਗਾਤਾਰ ਉੱਥੇ ਸਾਡੇ 'ਤੇ 5 ਸਾਲ ਜਿਹੜਾ ਤਸ਼ੱਦਦ, ਇਹ ਮਾਨਸਿਕ ਤਸ਼ੱਦਦ ਸੀਗਾ, ਜਿਵੇਂ ਕਿ ਸਾਨੂੰ ਪਾਣੀ ਨਾ ਦੇਣਾ, ਰੋਟੀ 'ਚ ਮਿਰਚਾਂ ਜ਼ਿਆਦੀਆਂ, ਸਬਜ਼ੀ ਪਾ ਦੇਣੀਆਂ, 5 ਕਿਲੋ ਪਾਣੀ ਨਾਲ ਤੁਸੀਂ ਗੁਜ਼ਾਰਾ ਕਰਨਾ ਸੀ। 5 ਸਾਲ ਲਗਾਤਾਰ ਉਹ 5 ਲੀਟਰ ਪਾਣੀ ਨਾਲ ਗੁਜ਼ਾਰਾ ਕੀਤਾ। ਜਿਵੇਂ ਛੋਟਾ ਸੈੱਲ ਸੀ 7x6 ਦਾ, ਉਹਦੇ ਵਿੱਚ ਸਾਨੂੰ ਬੰਦ ਰੱਖਣਾ, ਉਹਦੇ ਵਿੱਚ ਹੀ ਅਸੀਂ ਰਹਿਣਾ। ਉਹਦੇ ਵਿੱਚ ਹੀ ਛੋਟਾ ਜਿਹਾ ਉਹਦਾ ਲੈਟਰੀਨ ਬਣੀ ਆ, ਛੋਟਾ ਜਿਹਾ 5 ਲੀਟਰ ਦਾ ਘੜਾ ਹੈ, ਉੱਥੇ ਹੀ ਅਸੀਂ ਰਹਿਣਾ, ਉਹਦੇ ਵਿੱਚ ਹੀ ਬੈਠਣਾ। ਮੁਲਾਕਾਤਾਂ ਬੰਦ ਕਰ ਦੇਣੀਆਂ, ਕਿਸੇ ਨੂੰ ਮਿਲ ਨਾ ਦੇਣਾ। ਅੰਦਰ ਹੀ ਸਾਡੀ ਕੋਰਟ ਬਣਾ ਦਿੱਤੀ ਗਈ। ਕੇਸ ਸਾਡੇ 'ਤੇ ਪਾ ਤਾ ਗਿਆ 121A। ਮੈਂ ਵੀ ਦੱਸਣਾ ਚਾਹੁੰਦਾ ਕਿ ਮੈਂ ਵਕੀਲ ਹੋਣ ਦੇ ਨਾਤੇ ਮੈਨੂੰ ਇਹ ਸਮਝ ਹੈ ਕਿ 121A ਜਾਂ 122 ਜਿਹੜੀ ਇਹ ਦਫਾ ਸੀਗੀਆਂ, ਇਹਦੀ ਸਜ਼ਾ ਫਾਂਸੀ ਸੀ। ਸਾਨੂੰ ਇਸ ਗੱਲ ਦਾ ਇਲਮ ਸੀ ਵੀ ਅਸੀਂ ਇਹਦੀ ਸਜ਼ਾ ਹੋਰ ਕੋਈ ਨਹੀਂ ਅਤੇ ਅਸੀਂ ਫਾਂਸੀ ਲੱਗਾਂਗੇ। ਪਰ ਗੁਰੂ ਰਾਮਦਾਸ ਨੇ ਬੜੀ ਕਿਰਪਾ ਕੀਤੀ, ਸਿੱਖ ਸੰਗਤ ਦੀਆਂ ਅਰਦਾਸਾਂ ਅਤੇ ਨਾਲ ਅਸੀਂ ਉੱਥੋਂ ਬਚੇ। ਮੈਂ ਜਿਹੜੀ ਸਭ ਤੋਂ ਵੱਡੀ ਗੱਲ ਦੱਸਣੀ ਚਾਹੁੰਦਾ ਕਿ ਜਿਹੜੀ ਅਕਿਰਤ ਘਣਤਾ ਮੈਂ ਨਹੀਂ ਕਰ ਸਕਦਾ ਆਪਣੇ ਜ਼ਿੰਦਗੀ ਦੇ ਵਿੱਚ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਟੌਹਰਾ ਸੀਗੇ ਉਹ ਜਥੇਦਾਰ ਜੀ, ਉਹ ਵੀ ਸਾਡੇ ਇਹ ਅਸੀਂ ਸਵਾਲ ਵੱਡਾ ਬਣਦਾ ਹੈਗਾ ਕਿ ਤੁਸੀਂ ਜਿੱਥੇ ਸਰੀਰਕ ਤਸ਼ੱਦਦ ਚੱਲਿਆ, ਉੱਥੇ ਮਾਨਸਿਕ ਤਸ਼ੱਦਦ ਵੀ ਜਿਹੜਾ ਤੁਸੀਂ ਗੱਲ ਦੱਸ ਰਹੇ ਹੋ ਕਿ ਕਿਵੇਂ ਕਿਵੇਂ ਤੁਹਾਡੇ ਨਾਲ ਵਿਵਹਾਰ ਕੀਤਾ ਜਾਂਦਾ ਸੀਗਾ, ਉਹ 5 ਸਾਲ ਤੁਸੀਂ ਉਹ ਵੀ ਚੱਲਿਆ। ਤਾਂ ਉਹ ਇੱਕ
ਤੁਸੀਂ ਆਪਣਾ ਸੁਨਹਿਰੀ ਦੌਰ ਦੇਖਿਆ ਸੀਗਾ 78 ਤੋਂ ਲੈ ਕੇ 84 ਤੱਕ, ਤੇ ਉਸ ਤੋਂ ਬਾਅਦ ਇਹ ਜਿਹੜਾ ਦੌਰ ਦੇਖਿਆ ਤੁਹਾਨੂੰ ਕਿਵੇਂ ਦੇ ਤੁਹਾਡੇ ਮਨ ਦੇ ਹਾਵ ਭਾਵ ਸੀਗੇ, ਉਹ ਜ਼ਰੂਰ ਸੰਗਤ ਨੂੰ ਦੱਸਿਓ। ਨਹੀਂ, ਸਾਡੇ ਵੇਖੋ ਜਿਹੜਾ ਤੇ ਤਸ਼ੱਦਦ ਦੀ ਗੱਲ ਹੈ, ਤਸ਼ੱਦਦ ਤਾਂ ਸਰਕਾਰਾਂ ਮੀਰ ਮੰਨੂ ਤੋਂ ਲੈ ਕੇ ਅਬਦਾਲੀ ਤੋਂ ਲੈ ਕੇ ਜਦੋਂ ਵੀ ਸਿੱਖਾਂ ਦੀ ਗੱਲ ਹੋਈ ਅਸੀਂ ਘੱਟ ਗਿਣਤੀ 'ਚ ਰਹੇ ਹਾਂ ਹਮੇਸ਼ਾ। ਤੇ ਤਸ਼ੱਦਦ ਕਿਹੜੀ ਉਹ ਸ਼ਕਤੀ ਸੀ ਜਿਹੜਾ ਤੁਸੀਂ ਉਹ ਤਸ਼ੱਦਦ ਸਹਾਰਦੇ ਰਹੇ? ਉਹ ਗੁਰੂ ਰਾਮਦਾਸ ਦੀ ਸਿਰਫ ਤੇ ਸਿਰਫ ਗੁਰੂ ਰਾਮਦਾਸ ਦੀ ਕਿਰਪਾ ਸੀਗੀ। ਗੁਰੂ ਰਾਮਦਾਸ ਦੇ ਦਰ ਤੋਂ ਅਸੀਂ ਫੜੇ ਗਏ ਸੀ। ਅਸੀਂ ਆਪਣੇ ਘਰ ਵਾਸਤੇ ਨਹੀਂ ਸੀ ਲੜੇ, ਗੁਰੂ ਰਾਮਦਾਸ ਦੇ ਦਰ ਵਾਸਤੇ ਲੜੇ ਸੀ। ਤੇ ਸਾਨੂੰ ਇਹ ਯਕੀਨ ਸੀ ਕਿ ਗੁਰੂ ਰਾਮਦਾਸ ਸਾਡੇ ਤੇ ਕਿਰਪਾ ਕਰਨਗੇ, ਸਾਨੂੰ ਲੈ ਕੇ ਜਾਣਗੇ ਬਾਹਰ, ਇਹ ਕਾਨੂੰਨ ਕਨਾਨ ਜਿਹੜੇ ਰਹਿ ਜਾਣਗੇ ਪਿੱਛੇ। ਤੇ ਜੇ ਅਸੀਂ ਫਾਂਸੀ ਵੀ ਲੱਗ ਜਾਂਦੇ ਹਾਂ ਤਾਂ ਅਸੀਂ ਸਮਝਦੇ ਸੀ ਕਿ ਅਸੀਂ ਭਾਗਾਂ ਵਾਲੇ ਹੋਵਾਂਗੇ। ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਫਾਂਸੀ ਦੀ ਜਿਹੜੀ ਸਜ਼ਾ ਹੋਣੀ ਸੀਗੀ 121A ਦੇ ਵਿੱਚ, ਪਰ ਤੁਸੀਂ ਕਹਿੰਦੇ ਹੋ ਵੀ 5 ਸਾਲ ਬਾਅਦ ਜਿਹੜਾ ਤੁਸੀਂ ਉੱਥੋਂ ਰਿਹਾ ਹੋ ਗਏ ਸੀਗੇ, ਜਿਹੜਾ ਇਹ ਭਾਣਾ ਜਿਹੜਾ ਕਿਵੇਂ ਵਾਪਰਿਆ ਸੀਗਾ? ਇਹ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਦੱਸਣੀ ਇਹੋ ਗੱਲ ਚਾਹੁੰਦਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਡੇ ਕੇਸ ਦੀ ਬਹੁਤ ਪੈਰਵਾਈ ਕੀਤੀ। ਸਾਨੂੰ ਵਕੀਲ ਵੀ ਮੁਹੱਈਆ ਕਰਵਾਏ, ਸਾਨੂੰ ਵਕੀਲਾਂ ਨੂੰ ਫੀਸਾਂ ਵੀ ਦਿੱਤੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਮੈਂ ਕਾਲ ਕਰਨ ਤੋਂ ਬਾਅਦ ਵੀ ਕੇਸ ਜਿੱਤਣ ਤੋਂ ਬਾਅਦ RTI ਪਾ ਕੇ ਇਹਨਾਂ ਦਾ ਲਿਆ ਸਾਰਾ ਡਾਟਾ। 4.5 ਕਰੋੜ ਰੁਪਈਆ ਤਾਂ ਤਕਰੀਬਨ ਸਾਡੇ ਕੇਸ ਦੇ ਉੱਤੇ ਲੱਗਾ। ਕਿਹਨਾਂ ਤੋਂ ਲਿਆ ਸੀ RTI ਪਾ ਕੇ ਡਾਟਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ। ਕਿਸ ਸੰਬੰਧ ਦੇ ਵਿੱਚ? ਵੀ ਮੈਂ ਉੱਥੇ, ਮੈਨੂੰ ਕੇਸ ਦੀ ਲੋੜ ਸੀ ਵੀ ਸਾਡੇ ਕੇਸ ਤੇ ਕਿੰਨੇ ਕੁ ਪੈਸੇ ਖਰਚ ਹੋ ਗਏ ਸ਼੍ਰੋਮਣੀ ਕਮੇਟੀ ਦੇ, ਵੀ ਅਸੀਂ ਉੱਥੋਂ ਜੋਧਪੁਰ ਜੇਲ੍ਹ ਦੇ ਵਿੱਚ, ਹਾਂ ਸਾਡੇ 379 ਸਿੰਘਾਂ ਦੇ ਉੱਤੇ, 379 ਸਿੰਘਾਂ ਤੇ ਸਾਡੇ ਵਕੀਲ ਵੀ ਭੇਜਦੇ ਰਹੇ, ਸਾਡੀਆਂ ਮੁਲਾਕਾਤਾਂ ਵੀ ਕਰਦੇ ਰਹੇ। ਸਾਡੇ ਘਰਦਿਆਂ ਵਾਸਤੇ 15 ਦਿਨਾਂ ਬਾਅਦ ਬੱਸ ਦਾ ਵੀ ਪ੍ਰਬੰਧ ਕਰਕੇ ਦਿੰਦੇ ਸੀ। ਉਸ 50-55 ਮੁਲਾਕਾਤਾਂ ਸਾਡੀਆਂ 15 ਦਿਨ ਬਾਅਦ ਹੁੰਦੀ ਸੀ। ਉਹ ਮੁਲਾਕਾਤਾਂ ਦੇ ਨਾਲ ਸਾਡੀ ਤੁਰਦੀ ਰਹੀ ਗੱਲ ਗਾਂ ਤੋਂ ਗਾਂ। ਠੀਕ ਹੈ। ਹਾਂਜੀ, ਸੋ ਉਹ ਵੇਲਾ ਸੀਗਾ ਜਦੋਂ ਤੁਹਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਪਿੱਠ ਤੇ ਖੜਦੀ ਹੈ, ਤੇ ਤੁਹਾਨੂੰ ਇੱਕ ਤਰ੍ਹਾਂ ਦਾ, ਕਿਉਂਕਿ ਜਦ ਇਹੋ ਜਿਹੇ ਮਾਹੌਲ ਦੇ ਵਿੱਚ ਤੁਹਾਨੂੰ ਇਹ ਬਹੁਤ ਲੋੜ ਹੁੰਦੀ ਹੈ ਕਿ ਤੁਹਾਡੇ ਨਾਲ ਕੌਣ ਖੜਾ, ਤਾਂ ਇੱਕ ਨਾ ਇੱਕ ਤੁਹਾਨੂੰ ਥੋੜਾ ਬੂਸਟ ਕਰਦੀ ਹੈਗੀ ਆ। ਅੱਛਾ, ਉਸ ਤੋਂ ਬਾਅਦ ਜਦੋਂ ਤੁਸੀਂ ਬਾਹਰ ਆ ਜਾਂਦੇ ਹੋ, ਕੀ ਉਹ 379 ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੀਗਲ ਐਡਵਾਈਸ ਨਾਲ ਜਾਂ ਲੀਗਲ ਲੜਾਈ ਦੇ ਨਾਲ ਬਾਹਰ ਕੱਢੇ ਸੀਗੇ? ਨਹੀਂ, ਬਿਲਕੁਲ ਨਹੀਂ। ਉਹ ਤਾਂ ਇੱਕ ਮੇਰੇ ਫਾਦਰ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮਤਾ ਪਾਸ ਕਰਕੇ ਦਿੱਤਾ ਸੀਗਾ ਵੀ ਤੁਸੀਂ ਉਹ ਸਾਰੀ ਪੈਰਵੀ ਤੁਸੀਂ ਕਰੋਗੇ। ਉਹਨਾਂ ਨੇ ਬਹੁਤ ਪੈਰਵੀ ਕੀਤੀ, 5 ਸਾਲ ਸਾਨੂੰ ਛੁਡਾ ਕੇ ਬਾਹਰ ਲਾਏ। ਉਸ ਤੋਂ ਬਾਅਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸੀਂ ਇਹ ਕੰਪਨਸੇਸ਼ਨ, ਜੋਧਪੁਰ ਕੰਪਨਸੇਸ਼ਨ ਕੇਸ ਪਾਇਆ ਸੀ। ਸ਼੍ਰੋਮਣੀ ਕਮੇਟੀ ਉਹਦੇ ਵਾਸਤੇ ਵੀ ਸਾਨੂੰ ਵਕੀਲ ਪ੍ਰੋਵਾਈਡ ਕਰਕੇ ਦਿੰਦੀ ਰਹੀ, ਵਕੀਲਾਂ ਦੀਆਂ ਫੀਸਾਂ ਦਿੰਦੀ ਰਹੀ। ਅਸੀਂ ਉਹ ਕੇਸ ਵੀ ਜਿੱਤੇ, ਆ ਕੇ 28 ਸਾਲ ਬਾਅਦ ਉਹ ਕੇਸ ਜਿੱਤਿਆ ਸੀ। ਤੇ ਉਹਦੇ ਵਿੱਚ 40 ਕੁ ਬੰਦਿਆਂ ਨੂੰ ਅਸੀਂ 11 ਲੱਖ ਰੁਪਈਆ ਦਿਵਾਉਣ 'ਚ ਕਾਮਯਾਬ ਹੋ ਗਏ। ਤੇ ਉਹ ਅਸੀਂ ਕੋਰਟ ਵੱਲੋਂ, ਸਰਕਾਰ ਵੱਲੋਂ, ਪੰਜਾਬ ਸਰਕਾਰ ਤੇ ਯੂਨੀਅਨ ਗਵਰਨਮੈਂਟ ਆਫ ਇੰਡੀਆ ਨੂੰ ਅਸੀਂ ਉਹ ਪੈਸੇ ਜਿਹੜੇ ਅਦਾਲਤ ਨੇ ਪਾਏ, ਉਹ ਸਾਨੂੰ ਪੈਸੇ ਮਿਲੇ 40 ਬੰਦਿਆਂ ਨੂੰ। ਤੇ ਬਾਕੀਆਂ ਦਾ ਜੇ ਕੇਸ ਚੱਲ ਰਿਹਾ ਕਈਆਂ ਦਾ, ਉਹ ਵੀ ਹੋ ਸਕਦਾ ਕਿ ਕੇਸ ਹੱਲ ਹੋ ਜਾਊਗਾ। ਇੱਕ ਸਿੱਖ ਸੰਗਤ ਦਾ ਬਹੁਤ ਗਿਲਾ ਹੁੰਦਾ ਹੈਗਾ, ਕਿਉਂਕਿ ਆਪਣੀ ਸੰਸਥਾ ਹੈ, ਆਪਣੀ ਸੰਸਥਾ ਦੇ ਹੀ ਆਪਣਿਆਂ ਤੋਂ ਹੀ ਜਿਹੜਾ ਵੱਡੀਆਂ ਮੰਗਾਂ, ਵੱਡੀਆਂ ਉਮੀਦਾਂ ਹੁੰਦੀਆਂ ਨੇ। ਸਿੱਖਾਂ ਦਾ ਇਹ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਯੋਧਿਆਂ ਲਈ, ਸਿੱਖ ਜੁਝਾਰੂਆਂ ਲਈ, ਜਾਂ ਸਿੱਖ ਜਿਹੜੇ 1984 ਦੇ ਪੀੜਤ ਆ ਉਹਨਾਂ ਲਈ ਕੁਝ ਨਹੀਂ ਕਰਦੀ। ਤੁਸੀਂ ਇੱਕ ਉਦਾਹਰਨ ਦਿੱਤੀ ਕਿ 379 ਸਿੱਖ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਿਹਾ ਕਰਦੀ ਹੈ, ਤੁਸੀਂ ਉਹਦੀ ਰਿਟ ਪਾਉਂਦੇ ਹੋ ਤੇ ਉਹਦੇ ਵਿੱਚ ਖਰਚਾ ਕਿੰਨਾ ਆਉਂਦਾ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 4.5 ਕਰੋੜ ਰੁਪਈਆ ਉਹਨਾਂ ਸਾਲਾਂ ਦੇ ਵਿੱਚ ਜਿਹੜਾ ਉਹ ਖਰਚਦੀ ਹੈ 379 ਸਿੱਖਾਂ ਦੇ ਲਈ। ਇੱਕ ਸਵਾਲ ਹੋਰ ਕਰਦੇ ਨੇ, ਕਿਉਂਕਿ ਇਹ ਗੱਲ ਬੜੀ ਵਾਰ ਆਉਂਦੀ ਹੈ ਕਿ ਉਸ ਮੌਕੇ ਤੇ ਤੁਹਾਡੀ ਮਦਦ ਕੀਤੀ ਗਈ, ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਤੋਂ ਬਾਅਦ ਤੁਹਾਡੀ ਕੋਈ ਸਾਰ ਲਈ, ਕੋਈ ਬਾਂਹ ਫੜੀ ਕਿਸੇ ਵੀ ਤਰੀਕੇ ਨਾਲ? ਬਿਲਕੁਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਅਸੀਂ ਪ੍ਰਧਾਨ ਸਾਹਿਬ ਨੂੰ ਕਹਿ ਕੇ ਮੈਂ ਇੱਕ ਮਤਾ ਪਾਸ ਕਰਾਇਆ ਸੀ। ਉਹਦੇ ਵਿੱਚ ਘੱਟ ਤੋਂ ਘੱਟ ਸਾਡੇ ਜਿਹੜੇ ਜੋਧਪੁਰ ਜੇਲ੍ਹ 'ਚੋਂ ਅਸੀਂ ਆਏ ਸੀ, ਪਹਿਲਾਂ ਕੁਝ ਮੁਲਾਜ਼ਮ ਸੀਗੇ ਉਹਦੇ ਵਿੱਚ, ਤੇ ਨਵੇਂ ਮੁਲਾਜ਼ਮਾਂ ਨੂੰ ਵੀ ਤਕਰੀਬਨ 100 ਕੁ ਬੰਦੇ ਨੂੰ ਨੌਕਰੀ ਵੀ ਦਿੱਤੀ ਸ਼੍ਰੋਮਣੀ ਕਮੇਟੀ ਨੇ ਰੁਜ਼ਗਾਰ ਵਾਸਤੇ। ਫਿਰ ਸਾਨੂੰ ਲੱਖ ਰੁਪਈਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲਿਆ। ਇੱਕ ਵਾਰ 50-50 ਹਜ਼ਾਰ ਰੁਪਈਆ ਫਿਰ ਸਾਰੇ ਪਰਿਵਾਰਾਂ ਨੂੰ ਦਿੱਤਾ ਗਿਆ, ਸਿਰਫ ਮਾਇਕ ਮਦਦ ਕਰਨ ਵਾਸਤੇ ਵੀ ਇਹਨਾਂ ਦੇ ਪੈਰ ਪੁਰ ਲੱਗ ਜਾਣ ਕਿਤੇ ਨਾ ਕਿਤੇ। ਕਿਉਂਕਿ ਸਾਡੇ ਵਿੱਚ ਬਹੁਤ ਸਾਰੇ ਲੋਕ ਉਹ ਸੀਗੇ ਜਿਹੜੇ ਵਿਚਾਰੇ ਗਰੀਬੀ ਰੇਖਾ ਤੋਂ ਵੀ ਥੱਲੇ ਵਾਲੇ ਸੀਗੇ, ਤੇ 5 ਸਾਲ ਉੱਥੇ ਰਹਿਣ ਕਰਕੇ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਸੀ। ਕਿਸੇ ਦੀ ਮਾਂ ਮਰ ਗਈ, ਕਿਸੇ ਦਾ ਭਰਾ ਮਰ ਗਿਆ, ਕਿਸੇ ਦੇ ਪਿਓ ਮਰ ਗਿਆ, ਉਹਨਾਂ ਕੋਲੇ ਰੋਟੀ ਖਾਣ ਜੋਗੇ ਵੀ ਸਾਧਨ ਨਹੀਂ ਸੀ। ਉਹਨਾਂ ਲੋਕਾਂ ਨੇ ਫਿਰ ਸਾਡੀ ਇਹਨਾਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਬਾਂਹ ਫੜੀ ਆ, ਤੇ ਉਹ ਉਸ ਬਾਂਹ ਫੜਨ ਨਾਲ ਹੀ ਲੋਕ ਆਪਣੇ ਪੈਰਾਂ 'ਤੇ ਖੜੇ ਹੋਏ। ਜਿਹੜੇ ਮੁਲਾਜ਼ਮ ਲੱਗ ਗਏ ਉਹ ਚੰਗੀ ਕਲਾਸ ਚਲੇ ਗਏ, ਉਹਨਾਂ ਦਾ ਗੁਜ਼ਾਰਾ ਵਧੀਆ ਹੋਣ ਲੱਗ ਗਿਆ, ਉਹਨਾਂ ਦੇ ਵਿਆਹ ਹੋ ਗਏ, ਉਹਨਾਂ ਦੀਆਂ ਕੁੜੀਆਂ ਦੇ ਵਿਆਹ ਹੋ ਗਏ। ਇਸ ਤਰੀਕੇ ਨਾਲ ਮੈਂ ਤਾਂ ਨਹੀਂ ਸਮਝਦਾ ਵੀ ਸ਼੍ਰੋਮਣੀ ਕਮੇਟੀ ਨੇ ਮਦਦ ਨਹੀਂ ਕੀਤੀ। ਇਹ ਤਾਂ ਕਿਰਤ ਘਣਤਾ ਹੋਊਗੀ ਕਿ ਅਸੀਂ ਕਹੀਏ ਵੀ ਸ਼੍ਰੋਮਣੀ ਕਮੇਟੀ ਨੇ ਤੇ ਹਰ ਸਿੱਖ ਦੀ ਮਦਦ ਕੀਤੀ ਹੈ। ਜਿਹਨੇ ਵੀ ਗੁਹਾਰ ਲਾਈ ਹੈ ਸ਼੍ਰੋਮਣੀ ਕਮੇਟੀ ਨੇ ਉਹਦੀ ਮਦਦ ਕੀਤੀ ਆ ਕੇ। ਤੇ ਹੋ ਸਕਦਾ ਕਿਸੇ ਵੇਲੇ ਖਾਮੀਆਂ ਇਹ ਰਹਿ ਜਾਂਦੀਆਂ ਨੇ ਕਿ ਅਸੀਂ ਆਸ ਵੱਡੀ ਲੈ ਕੇ ਆ ਜਾਂਦੇ ਹਾਂ, ਉਹ ਵੱਡੀ ਆਸ ਦੇ ਉੱਤੋਂ ਸਾਨੂੰ ਉਹ ਪੂਰੀ ਨਹੀਂ ਪੈਂਦੀ, ਤੇ ਉਹ ਫਿਰ ਸਾਨੂੰ ਗੁੱਸਾ ਆਉਂਦਾ, ਤੇ ਬਾਹਰ ਲੋਕ ਸਾਨੂੰ
ਕਹਿ ਸਕਦਾ ਵੀ ਸਾਈਡ ਦੇਣ ਵਾਲੇ ਜਿਹੜੇ ਉਂਗਲ ਦੇਣ ਵਾਲੇ ਜਿਹਨੂੰ ਕਹਿ ਸਕਦੇ ਆਪਾਂ, ਉਹ ਮਿਲ ਜਾਂਦੇ ਆ ਵੀ ਤੁਸੀਂ ਉਹ ਸ਼੍ਰੋਮਣੀ ਕਮੇਟੀ ਦੇ ਖਿਲਾਫ ਹੋ ਜਾਓ ਜੀ। ਉਹ ਪਰ ਜਿੱਥੇ ਵੀ ਸਿੱਖ ਬੈਠੇ ਆ, ਹੁਣ ਵੀ ਜਿਹੜੇ ਸਿੱਖ ਬੈਠੇ ਆ ਜੇਲ੍ਹਾਂ ਦੇ ਵਿੱਚ, ਉਹਨਾਂ ਵਾਸਤੇ ਵੀ ਸ਼੍ਰੋਮਣੀ ਕਮੇਟੀ ਉਪਰਾਲੇ ਕਰ ਰਹੀ ਆ। ਜਿੰਨੇ ਕੁ ਯੋਗ ਹੁੰਦੇ ਆ, ਬਹੁਤ ਸਾਰੇ ਲੋਕ ਮਦਦ ਕਰਦੇ ਆ, ਪਰ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਸਾਡੀ ਮਦਦ ਕਰਦੀ ਆ, ਹੁਣ ਵੀ ਕਰਦੀ ਆ। ਤੁਹਾਡੀ ਜਿਹੜੀ ਸੇਵਾ ਘਾਲਣਾ ਹੈ, ਜਾਂ ਜਿਹੜੇ ਉਸ ਸਮੇਂ ਜੁਝਾਰੂ ਸਿੱਖ ਸੀਗੇ ਜਿਹੜੇ ਕੌਮ ਦੀ ਲਈ ਲੜੇ ਆਪਣੀ, ਉਹਨਾਂ ਦੀ ਇਹ ਸੇਵਾ ਘਾਲਣਾ ਦੇ ਜ਼ਰੀਏ ਜੇ ਆਪਾਂ ਦੇਖੀਏ ਕਿ ਉਹਨਾਂ ਨੂੰ ਮਾਇਕ ਸਹਾਇਤਾ ਕਰਨੀ ਜਾਂ ਨੌਕਰੀਆਂ ਦੇਣੀਆਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਬੜੀ ਤੁੱਛ ਜੀ ਗੱਲ ਲੱਗਦੀ ਹੈ, ਹੈ ਨਾ। ਪਰ ਫਿਰ ਵੀ ਜਿਹੜੀ ਗੱਲ ਤੁਸੀਂ ਕਰਦੇ ਸੀਗੇ ਕਿ ਜਦੋਂ ਬੰਦਾ ਨਾਲ ਆ ਕੇ ਖੜਦਾ ਤਾਂ ਇੱਕ ਹੌਸਲਾ ਪੈਦਾ ਹੁੰਦਾ, ਤੇ ਆਪਣੀ ਜਦੋਂ ਵੱਡੀ ਸੰਸਥਾ ਨਾਲ ਆ ਕੇ ਖੜਦੀ ਹੈ, ਇਸ ਸੰਬੰਧ ਦੇ ਵਿੱਚ ਤੁਸੀਂ ਸੰਗਤ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹ ਕਹੂੰਗਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਨੇ ਬਹੁਤ ਕੁਰਬਾਨੀਆਂ ਦੇ ਕੇ ਬਣਾਈ ਆ। ਬਸ ਚੰਗੀ ਗੱਲ ਇਹ ਹੈ ਵੀ ਬੰਦੇ ਚੰਗੇ ਚੁਣ ਕੇ ਭੇਜੋ, ਜਿਹੜੇ ਸਿੱਖ ਪੰਥ ਨੂੰ ਪਰਨਾਏ ਹੋਣ, ਗੁਰਸਿੱਖ ਹੋਣ, ਲੁਟੇਰੇ ਨਾ ਹੋਣ, ਇੱਥੇ ਲੁਟੇਰੇ ਆ ਕੇ ਕਾਬਜ਼ ਨਾ ਹੋ ਜਾਣ, ਤਾਂ ਕਿ ਜਿਹੜੀ ਸੰਸਥਾ ਇਹ ਬਚੀ ਰਵੇ। ਜਿੰਦੀ ਕਿੰਨੇ ਸਿੱਖਾਂ ਦੀ ਕੁਰਬਾਨੀ ਹੋਈ ਆ, ਉਸ ਕੁਰਬਾਨੀ ਤੇ ਉਹਨਾਂ ਦੇ ਖੂਨ ਦੇ ਉੱਤੇ ਅਸੀਂ ਉਹਨਾਂ ਦੀ ਹੋਲੀ ਨਾ ਖੇਡੀ, ਅਸੀਂ ਸਿੱਖੀ ਨੂੰ ਵਧਾਉਣ ਵਾਸਤੇ ਕੋਈ ਵੱਡਾ ਉਪਰਾਲਾ ਕਰ ਸਕੀਏ, ਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਜਿਹੜਾ ਪ੍ਰਬੰਧ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਚੰਗੇ ਸੁਚੱਜੇ ਤਰੀਕੇ ਨਾਲ ਅਸੀਂ ਕਰ ਸਕੀਏ। ਸ਼੍ਰੋਮਣੀ ਕਮੇਟੀ ਤਾਂ ਇਹ ਸਿੱਖ ਸੰਗਤ ਨੂੰ ਬਹੁਤ ਬਹੁਤ ਮਿਹਰਬਾਨੀ ਭਾਈ ਸਾਹਿਬ। ਸੋ ਇਹ ਸੀਗੇ ਭਾਈ ਜਸਵੀਰ ਸਿੰਘ ਜੀ ਘੁੰਮਣ, ਜੋ ਕਿ ਇੱਕ ਸੰਘਰਸ਼ੀ ਯੋਧੇ ਦੇ ਰੂਪ ਦੇ ਵਿੱਚ ਜਿਹੜਾ 1980 ਤੇ 90 ਦਾ ਦਸ਼ਕ ਸੀਗਾ ਉਹਦੇ ਵਿੱਚੋਂ ਨਿਕਲ ਕੇ ਆਉਂਦੇ ਨੇ। ਇੱਕ ਘਾਲਣਾ ਵੀ ਘਾਲਦੇ ਨੇ ਸੰਘਰਸ਼ੀ ਯੋਧੇ ਦੇ ਰੂਪ ਦੇ ਵਿੱਚ ਵੀ, ਤੇ ਜਦੋਂ ਜੋਧਪੁਰ ਜੇਲ੍ਹ ਦੇ ਵਿੱਚ ਜਾਂਦੇ ਨੇ ਤਾਂ ਇੱਕ ਪੀੜਤ ਦੇ ਰੂਪ ਦੇ ਵਿੱਚ ਲੰਬਾ ਸਮਾਂ ਉੱਥੇ ਜਿਹੜੀ ਆਪਣੀ ਗੁਰੂ ਆਸਰੇ ਦੇ ਸਦਕਾ ਕੌਮ ਦੀ ਜਿਹੜੀ ਇੱਕ ਚਾਹਨਾ ਸੀਗੀ, ਪੰਥ ਦੀ ਜਿਹੜੀ ਚਾਹਨਾ ਸੀ, ਕੌਮੀਅਤ ਦੀ ਜਿਹੜੀ ਚਾਹਨਾ ਸੀ, ਉਹਦੇ ਸਦਕਾ ਜਿਹੜਾ ਉਹ ਸਮਾਂ ਬਿਤਾਉਂਦੇ ਨੇ। ਤੇ ਉਹਨਾਂ ਨੇ ਇਹ ਜ਼ੁਬਾਨੀ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਵੀ ਕਈ ਸੰਸਥਾਵਾਂ ਹੋਣਗੀਆਂ ਜਿਹੜੀਆਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਢਾ ਕੇ ਖੜੀਆਂ ਹੋਣਗੀਆਂ। ਨਹੀਂ, ਬਹੁਤ ਸ਼੍ਰੋਮਣੀ ਕਮੇਟੀ ਤੋਂ ਬਗੈਰ ਸਾਡੀ ਕਿਸੇ ਨੇ ਬਹੁਤੀ ਮਦਦ ਨਹੀਂ ਕੀਤੀ। ਅੱਛਾ। ਹਾਂ, ਮੈਂ ਨਹੀਂ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਦੋਂ ਇਹਨਾਂ ਦੀ ਪੈਰਵਾਈ ਕਰਦੀ ਹੈ, ਲੀਗਲ ਤੌਰ ਦੇ ਉੱਤੇ, ਮਾਇਕ ਤੌਰ ਦੇ ਉੱਤੇ ਵੀ ਇਹਨਾਂ ਦੀ ਸਹਾਇਤਾ ਕਰਦੀ ਹੈ, ਤੇ ਜਿਹੜੇ ਬੰਦੇ ਇਹਨਾਂ ਦੇ ਨਾਲ ਕਈ ਅਜਿਹੇ ਸੀਗੇ ਜਿਹੜੇ ਨੌਕਰੀ ਪੱਖੋਂ ਵਿਹੂਣੇ ਸੀਗੇ, ਉਹਨਾਂ ਨੂੰ ਨੌਕਰੀ ਵੀ ਦਿੰਦੀ ਹੈ। ਸਿਰਫ ਇਹੀ ਨਹੀਂ ਕਿ ਉੱਥੇ ਤੱਕ ਮਹਿਦੂਦ ਰਹਿੰਦੀ ਹੈ ਕਿ ਸਿਰਫ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ, ਉਸ ਤੋਂ ਬਾਅਦ ਵੀ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਜਿਹੜੀ ਮਾਇਕ ਸਹਾਇਤਾ ਦਿੱਤੀ ਜਾਂਦੀ ਹੈ। ਸੋ ਇਹ ਸੰਘਰਸ਼ੀ ਯੋਧੇ ਨੇ, ਇਹਨਾਂ ਦਾ ਦੇਣ ਹੈ ਜਿਹੜਾ ਉਹ ਮਾਇਆ ਦੇ ਨਾਲ ਜਾਂ ਨੌਕਰੀਆਂ ਦੇ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ। ਪਰ ਹਾਂ, ਦੁਨਿਆਵੀ ਤੌਰ ਦੇ ਉੱਤੇ ਜਿਹੜੀ ਚੀਜ਼, ਜਿਹੜੀ ਵਡਿਆਈ ਇਹਨਾਂ ਨੂੰ ਦਿੱਤੀ ਜਾ ਸਕਦੀ ਸੀ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਣ ਦਾ ਯਤਨ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।